ਤੋਂ ਹਟਾਉਂਦਾ, ਰੱਬ ਤੋਂ ਦੂਰ ਕਰ ਦਿੰਦਾ। ਅਗਰ ਇਨਸਾਨ ਉਸ ਖਾਹਿਸ਼ ਤੇ ਅਮਲ ਨਾ ਕਰੇ ਤੇ ਇਹਨਾਂ ਮੁਸੀਬਤਾਂ 'ਚ ਫਸੇ ਹੀ ਨਾ। ਆ ਜਿੰਨੇ ਲੜਾਈ ਝਗੜੇ ਫਿਤਨੇ ਫਸਾਦ ਹੈ ਕਾਇਨਾਤ ਦੇ ਅੰਦਰ ਵੀ ਹੈ ਜਾਂ ਘਰਾਂ ਦੇ ਵਿੱਚ ਵੀ ਟੈਨਸ਼ਨਾਂ ਮੌਜੂਦ ਹੈ, ਮੀਆਂ ਬੀਵੀ ਦੀਆਂ ਜਾਂ ਬੱਚਿਆਂ ਦੀਆਂ, ਵਾਲਦੈਨ ਦੀਆਂ, ਭੈਣਾਂ ਭਰਾਵਾਂ ਦੀਆਂ, ਇਹ ਸਾਰੀਆਂ ਖਾਸ਼ਾਤ ਦਾ ਤਸਾਦਮ ਹੈ, ਖਾਸ਼ਾਤ ਦਾ ਟਕਰਾਓ ਹੈ ਇੱਕ ਦੂਏ ਨਾਲ। ਹਾਂਜੀ, ਤੇ ਰੱਬ ਸੋਹਣੇ ਦਾ ਇਲਾਜ ਕਿੱਡਾ ਪਿਆਰਾ ਹਮੇਸ਼ਾ ਵਾਸਤੇ ਦੱਸ ਦਿੱਤਾ ਕਿ ਕਦੇ ਵੀ ਖਾਜ ਤੇ ਅਮਲ ਨਾ ਕਰਿਓ। ਲੋ ਸੌਖਾ ਜਿਹਾ ਕੰਮ, ਨਾ ਖਾਜ ਤੇ ਅਮਲ ਕਰੋ ਤੇ ਨਾ ਇਹ ਫਿਤਨੇ ਪੈਦਾ ਹੋਣ, ਨਾ ਇਹ ਟਕਰਾਓ ਪੈਦਾ ਹੋਣ, ਨਾ ਇਹ ਲੜਾਈ ਝਗੜੇ ਫਿਤਨੇ ਪੈਣ, ਨਾ ਬਿਮਾਰੀਆਂ ਰੰਗਾ ਰੰਗ ਜਿਸਮਾਨੀ ਰੂਹਾਨੀ ਮਰਜ਼ਾਂ ਪੈਦਾ ਹੋਣ। ਹੁਣ ਜਦੋਂ ਇਹਦੇ ਬੇਸ਼ੁਮਾਰ ਫਾਇਦੇ, ਤਾਂ ਸਭ ਤੋਂ ਨਕਦ ਫਾਇਦਾ ਇਨਸਾਨ ਨੂੰ ਇਹ ਮਿਲਦਾ ਹੈ ਅੱਲਾਹ ਸੋਹਣੇ ਦੇ ਇਸ ਹੁਕਮ ਤੇ ਅਮਲ ਕਰਨ ਦਾ ਕਿ ਇਨਸਾਨ ਜਿਸਮਾਨੀ ਬਿਮਾਰੀਆਂ ਤੋਂ ਬਚ ਜਾਂਦਾ ਹੈ, ਨਫਸਿਆਤੀ ਬਿਮਾਰੀਆਂ ਤੋਂ ਬਚ ਜਾਂਦਾ ਹੈ, ਰੂਹਾਨੀ ਬਿਮਾਰੀਆਂ ਤੋਂ ਬਚ ਜਾਂਦਾ, ਔਰ ਉਹਦੀ ਜ਼ਿੰਦਗੀ ਜਿਹੜੀ ਹੈ ਖੁਸ਼ਬਾਸ਼ੀ ਦੀ ਜ਼ਿੰਦਗੀ ਹੋ ਜਾਂਦੀ ਹੈ, ਪੁਰਸਕੂਨੀ ਦੀ ਜ਼ਿੰਦਗੀ ਹੋ ਜਾਂਦੀ ਹੈ ਜੀ, ਸਿਹਤਮੰਦੀ ਦੀ ਜ਼ਿੰਦਗੀ ਹੋ ਜਾਂਦੀ ਹੈ, ਅਮਨ ਦੀ ਜ਼ਿੰਦਗੀ ਹੋ ਜਾਂਦੀ ਹੈ, ਔਰ ਖੁਸ਼ਹਾਲੀ ਔਰ ਤਰੱਕੀ ਦੀ ਜ਼ਿੰਦਗੀ ਹੋ ਜਾਂਦੀ ਹੈ, ਮੈਨੇਜਮੈਂਟ ਤਾਂ ਹੋ ਜਾਂਦੀ ਹੈ ਉਹਦੇ ਜ਼ਿਹਨ ਦੀ। ਹੁਣ ਜੇ ਅਗਰ ਇਹੀ ਤਾਲਬ ਇਲਮ ਦੇ ਅੰਦਰ ਇੱਕ ਕੈਫੀਅਤ ਪੈਦਾ ਹੋ ਜਾਏ, ਉਹ ਖਾਸ਼ਾਤ ਤੇ ਅਮਲ ਕਰਨਾ ਛੱਡ ਦੇ, ਤੇ ਉਹਦੇ ਅੰਦਰ ਜ਼ੁਲਮਾਤੀ ਲਹਿਰਾਂ ਨਹੀਂ ਪੈਦਾ ਹੋਣਗੀਆਂ। ਉਹਦੇ ਅੰਦਰ ਸਲਾਹੀਅਤਾਂ ਜਿਹੜੀਆਂ ਨੇ ਨਾ ਇਲਮ ਹਾਸਲ ਕਰਨ ਦੀਆਂ, ਇਲਮ ਨੂੰ ਯਾਦ ਕਰਨ ਦੀਆਂ, ਤਖਲੀਕਾਤ ਕਰਨ ਦੀਆਂ ਬਹੁਤ ਜ਼ਿਆਦਾ ਹੋ ਜਾਣਗੀਆਂ। ਹਾਂਜੀ, ਅੱਜ ਦੇ ਵਾਸਤੇ ਸੈਲਫ ਮੈਨੇਜਮੈਂਟ ਵਾਲੇ ਤਾਂ ਅੱਜ ਕਰਦੇ ਫਿਰਦੇ ਆ ਨਾ ਜੀ, ਤੇ ਸਾਨੂੰ ਤਾਂ 1400 ਸਾਲ ਪਹਿਲਾਂ ਰੱਬ ਦੇ ਪਿਆਰੇ ਨਬੀ ਨੇ ਕੁਰਾਨ ਦੀ ਸੂਰਤ ਦੱਸਿਆ, ਤਮਾਮ ਅੰਬੀਆ ਅਲੈਹਿਮੁਸਸਲਾਮ ਦੱਸਦੇ ਆਏ ਨੇ। ਔਰ ਸਭ ਤੋਂ ਪਹਿਲਾਂ ਦੀ ਬੁਨਿਆਦ ਅੱਲਾਹ, ਇਸ ਵਾਸਤੇ ਨੂੰ ਅਸੀਂ ਤਿੱਬੇ ਇਲਾਹੀ ਕਹਿੰਦੇ ਆ, ਅੱਲਾਹ ਪੈਥੀ ਕਹਿੰਦੇ ਆ, ਇਹ ਅੱਲਾਹ ਨੇ ਦੀ ਬੁਨਿਆਦ ਰੱਖੀ ਆ ਅੰਬੀਆ ਅਲੈਹਿਮੁਸਸਲਾਮ ਦੇ ਜ਼ਰੀਏ। ਸਭ ਤੋਂ ਪਹਿਲਾਂ ਆਦਮ ਅਲੈਹਿਸਲਾਮ ਨੂੰ ਸਿਖਾਈ, ਸਾਰੇ ਨਬੀਆਂ ਨੂੰ ਸਿਖਾਈ, ਤੇ ਆਖਰ ਸਾਡੇ ਪਿਆਰੇ ਨਬੀ ਨੂੰ ਸਿਖਾਈ। ਇਹ ਸਿਲਸਿਲਾ ਚਲੇ ਆ ਰਿਹਾ। ਔਰ ਜਿੰਨੇ ਇਹ ਦੂਸਰੇ ਇਲਮ ਹਾਸਲ ਕਰਦੇ ਫਿਰਦੇ ਆ, ਮਾਈਂਡ ਸਾਇੰਸ ਦਾ, ਸਮਝਦਾ ਹੀਲਿੰਗ એનર્ਜੀ ਦਾ ਔਰ ਸੈਲਫ ਮੈਨੇਜਮੈਂਟ ਵਗੈਰਾ ਦਾ, ਹੈਰਾਨ ਹੁੰਦਾ ਹੈ ਇਸ ਲਈ ਉਹਨਾਂ ਕਦੇ ਕੁਰਾਨ ਦਾ ਮੁਤਾਲਿਆ ਕੀਤਾ ਹੀ ਨਹੀਂ। ਅਗਰ ਕੁਰਾਨ ਦਾ ਮੁਤਾਲਿਆ ਕਰਦੇ ਤੇ ਉਹਨਾਂ ਨੂੰ ਗਿਆਰਾਂ ਕੁ ਜਾਣ ਦੀ ਸਿੱਖਣ ਦੀ ਲੋੜ ਨਹੀਂ, ਅਮਰੀਕਾ ਧੱਕੇ ਖਾਣ ਦੀ, ਨੋਟ ਲਾਉਣ ਦੀ, ਇਹੀ ਕਿਸੇ ਗਰੀਬ ਦਾ ਭਲਾ ਕਰਦੇ। ਉਸ ਇਲਾਜ ਦਾ ਇੱਕ ਤਰੀਕਾ ਆ ਜਾਂ ਰੱਬ ਨੇ ਦੱਸਿਆ, ਰੱਬ ਸੋਹਣੇ ਫਰਮਾਇਆ ਕਦੇ ਖਾਜ ਤੇ ਅਮਲ ਨਾ ਕਰਿਓ। ਹੁਣ ਇੱਕ ਤਾਲਬ ਇਲਮ ਹੈ, ਅਗਰ ਉਹਦੇ ਖਾਜ ਤੇ ਅਮਲ ਨਹੀਂ ਕਰਦਾ, ਖਾਸ਼ਾਤ ਨਫਸਾਨੀ ਨੂੰ ਖਤਮ ਕਰਦਾ, ਇਨਸ਼ਾਅੱਲਾ ਬਿਹਤਰੀਨ ਤਾਲਬ ਇਲਮ ਹੋਏਗਾ। ਉਹਦੀ ਜ਼ਿਹਨੀ ਸਲਾਹੀਅਤਾਂ ਜਿਹੜੀਆਂ ਬਹੁਤ ਜ਼ਿਆਦਾ ਹੋ ਜਾਣਗੀਆਂ, ਤਖਲੀਕੀ ਸਲਾਹੀਅਤਾਂ ਉਹਦੇ ਅੰਦਰ ਵੱਧ ਜਾਣਗੀਆਂ। ਉਹਦਾ ਇੱਕ ਫਾਇਦਾ ਤਾਂ ਇਨਸਾਨ ਨੂੰ ਇਹ ਮਿਲੇਗਾ ਤਾਲਬ ਇਲਮ ਨੂੰ। ਇੱਕ ਅਗਰ ਇੱਕ ਬੀਵੀ ਇਹ ਤੇ ਅਮਲ ਕਰਦੀ ਆ ਤੇ ਅਲਹਮਦੁਲਿਲਾ ਉਹਦੇ ਅੰਦਰ ਵੀ ਇਹ ਕੈਫੀਅਤ ਪੈਦਾ ਹੋ ਜਾਏਗੀ ਖੈਰ ਦੀ, ਉਹਦੀ ਵੀ ਜ਼ਿੰਦਗੀ ਜਿਹੜੀ ਪੁਰਸਕੂਨ ਹੋਊਗੀ, ਸਿਹਤਮੰਦੀ ਦੀ ਜ਼ਿੰਦਗੀ ਹੋਊਗੀ, ਟੈਨਸ਼ਨਾਂ ਤੋਂ ਪਾਕ ਜ਼ਿੰਦਗੀ ਹੋਊਗੀ, ਖੁਸ਼ਬਾਸ਼ੀ ਦੀ ਜ਼ਿੰਦਗੀ ਹੋਊਗੀ, ਪੁਰਸਕੂਨ ਜ਼ਿੰਦਗੀ ਹੋਊਗੀ। ਤੇ ਅਲਹਮਦੁਲਿਲਾ ਜਦੋਂ ਇਹ ਕੈਫੀਅਤ ਉਹਦੇ ਅੰਦਰ ਪੈਦਾ ਹੋਊਗੀ ਤਾਂ ਉਹਦੇ ਜਿੰਨੇ ਵੇਵਜ਼ ਫੁੱਟਣਗੇ ਤੋ ਘਰ ਦੇ ਅੰਦਰ ਰਹਿੰਦਿਆਂ ਹੋਇਆ, ਇੱਕ ਤਾਂ ਉਹ ਬਿਮਾਰੀਆਂ ਤੋਂ ਬਚੇਗੀ, ਦੂਸਰੀ ਜਿਹੜਾ ਖਾਣਾ ਪਕਾਏਗੀ ਤਾਂ ਖਾਣੇ ਵਿੱਚ ਵੀ ਉਹ ਵੇਵ ਸ਼ਾਮਲ ਹੋਣਗੇ, ਕਿਉਂਕਿ ਹਰ ਵੇਲੇ ਹਰ ਇਨਸਾਨ ਜੋ ਫੁੱਟ ਰਹੇ ਸੀ ਬੈਠੇ ਸਾਡੇ ਸਭ ਫੁੱਟ ਰਹੇ ਨੇ, ਕਾਇਨਾਤ ਦੀ ਹਰ ਸ਼ੈ ਜੋ ਫੁੱਟ ਰਹੇ, ਔਰ ਉਹ ਮਸਬਤ ਲਹਿਰਾਂ ਜਿਹੜੀਆਂ ਨੇ ਉਹ ਖਾਣੇ ਵਿੱਚ ਵੀ ਜਾਣਗੀਆਂ, ਪਾਣੀ ਵਿੱਚ ਵੀ ਜਾਣਗੀਆਂ, ਚਾਹ ਵਿੱਚ ਵੀ ਜਾਣਗੀਆਂ, ਲੱਸੀ ਵਿੱਚ ਵੀ ਜਾਣਗੀਆਂ, ਤੇ ਔਰ ਇਰਦ ਗਿਰਦ ਵੀ ਫੈਲਣਗੀਆਂ, ਬੱਚੇ ਵੀ, ਚੂੰਕਿ ਸਭ ਦੇ ਅੰਦਰ ਤਾਂ ਪਾਣੀ ਮੌਜੂਦ ਹੈ, ਤੇ ਪਾਣੀ ਦੇ ਅੰਦਰ ਅੱਲਾਹ ਰੱਬੁਲ ਇੱਜ਼ਤ ਨੇ ਯਾਦਦਾਸ਼ਤ ਦੀ ਰਿਸੀਵ ਕਰਨ ਦੀ ਸਲਾਹੀਅਤ ਜਿਹੜੀ ਹੈ ਜ਼ਿਆਦਾ ਰੱਖੀ ਹੋਈ ਹੈ। ਇਸੇ ਵਾਸਤੇ ਅੱਲਾਹ ਵਾਲੇ ਪਾਣੀ ਤੋਂ ਦਮ ਕਰ ਦਿੰਦੇ, ਅੱਲਾਹ ਦੇ ਕਲਮਾਤ ਪੜ੍ਹਦੇ ਔਰ ਸ਼ਿਫਾਯਾਬ ਹੋ ਜਾਂਦਾ। ਪਾਣੀ ਉਹੀ ਹੁੰਦਾ ਹੈ ਜੀ। ਆਬੇ ਜ਼ਮਜ਼ਮ ਦਾ ਪਾਣੀ ਹੈ, ਉੱਥੇ ਚੂੰਕਿ ਹਰ ਵੇਲੇ ਅਨਵਾਰਾਂ ਤੇ ਹਕੀਕਤ ਤਜਲੀਆਤ ਤੇ ਕਾਬਾ ਦਾ ਨਜ਼ੂਲ ਹੋ ਰਿਹਾ, ਅਨਵਾਰਾਂ ਦੀ ਵੇਨ ਉਹ ਪਾਣੀ ਆਬੇ ਜ਼ਮਜ਼ਮ ਦੇ ਅੰਦਰ ਸ਼ਿਫਾਯਾਬੀ ਦੀ ਕੈਫੀਅਤ ਪੈਦਾ ਹੋਈ ਹੋਈ ਹੈ ਕਿ ਅੱਲਾਹ ਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਦੁਆ ਵੀ ਹੈ ਤੇ ਗਜ਼ਾ ਵੀ ਹੈ। ਤੁਸੀਂ ਭੁੱਖੇ ਵੀ ਹੋ ਪਾਣੀ ਪੀ ਲਓ, ਤੁਹਾਡੀ ਭੁੱਖ ਮਿਟ ਜਾਏਗੀ। ਤੁਸੀਂ ਬਿਮਾਰ ਹੋ ਪਾਣੀ ਪੀਓ, ਤੁਹਾਡੀ ਸ਼ਿਫਾਯਾਬੀ ਹੋ ਜਾਊਗੀ। ਇਹ ਤਜਰਬਾ ਕਰਨ ਦਾ ਦੇਖਣਾ, ਮੈਂ ਆਸਾਨ ਜਿਹਾ ਤਰੀਕੇ ਤੋਂ ਦੱਸਣਾ ਕਿ ਅਗਰ ਕੋਈ ਆਦਮੀ ਤਜਰਬਾ ਕਰਦਾ, ਕੋਈ ਬਿਮਾਰ ਹੈ, ਤੁਸੀਂ ਸਾਦਾ ਪਾਣੀ ਲੈ ਲਓ, ਪਾਣੀ ਨੂੰ ਉਬਾਲੋ, ਉਬਾਲ ਕੇ ਠੰਡਾ ਕਰੋ ਤੇ ਬੋਤਲ 'ਚ ਪਾ ਕੁਰਾਨ ਦੇ ਨੇੜੇ ਰੱਖ ਦਿਓ, ਜਿਹੜਾ ਘਰ 'ਚ ਕੁਰਾਨ ਪਾ ਕੇ ਪਿਆ, ਸੌਖਾ ਲੈ ਲਓ ਇਲਾਜ। ਕੋਈ ਪੜ੍ਹਨਾ ਨਹੀਂ, ਕੋਈ ਲੋੜ ਵੀ ਹੈ ਨਹੀਂ, ਸਿਰਫ ਉਹਨੂੰ ਕੁਰਾਨ ਪਾਕ ਦੇ ਨੇੜੇ ਰੱਖ ਦਿਓ ਕਿ ਚੂੰਕਿ ਕੁਰਾਨ ਕਰੀਮ ਦੇ ਅੰਦਰ ਅੱਲਾਹ ਦਾ ਕਲਾਮ ਹੈ, ਇਹ ਕਾਇਨਾਤ ਦਾ ਕੋਈ ਕਲਾਮ ਇਹਦਾ ਮੁਕਾਬਲਾ ਨਹੀਂ ਕਰ ਸਕਦਾ। ਹਾਂਜੀ, ਤੇ ਉਹਦੇ ਅੰਦਰ ਹਰ ਵੇਲੇ ਅਨਵਾਰਾਤ ਫੁੱਟ ਰਹੇ ਨੇ। ਤੇ ਜਦੋਂ ਤੁਸੀਂ ਪਾਣੀ ਕੋਲ ਰੱਖਿਆ, ਪਾਣੀ ਚੂੰਕਿ ਯਾਦਦਾਸ਼ਤ ਮੌਜੂਦ ਹੈ, ਮੈਮਰੀ ਮੌਜੂਦ ਹੈ, ਇੰਤਜ਼ਾਮ ਦੀ ਸਲਾਹੀਅਤ ਇਹਦੇ ਅੰਦਰ ਦੀਗਰ ਕਾਇਨਾਤ ਦੀ ਲਹਿਰ ਨਿਸਬਤ ਜ਼ਿਆਦਾ ਆ, ਤੇ ਪਾਣੀ ਉਹਦੇ ਅਨਵਾਰ ਕੁਰਾਨ ਦੇ ਅਨਵਾਰ ਨੂੰ ਜਜ਼ਬ ਕਰਨਾ ਸ਼ੁਰੂ ਕਰ ਦੇਗਾ। ਬੇਸ਼ੱਕ ਉਹ ਪਾਣੀ ਲੈਬਾਰਟਰੀ ਚੈੱਕ ਕਰਾ ਕੇ ਦੇਖ ਲਓ। ਹਾਂਜੀ, ਉਹ ਪਾਣੀ ਤੁਸੀਂ ਕਿਸੇ ਵੀ ਨੀਅਤ, ਜਿਸ ਨੀਅਤ ਨਾਲ ਪੀਓਗੇ ਇਨਸ਼ਾਅੱਲਾ, ਕੁਰਾਨ ਦੇ ਦਾਵਾ ਅੱਲਾਹ ਦਾ, ਵਨੁਨੱਜ਼ਿਲੁ ਮਿਨਲ ਕੁਰਾਨ ਮਾ ਹੁਵਾ ਸ਼ਿਫਾਉ व रहमतुल लिल मोमिनीन।
ਇਹ ਸ਼ਿਫਾ ਆ। ਹਾਂਜੀ, ਸਾਰਿਆਂ ਵਾਸਤੇ, ਕਾਫਰ ਆ ਮੁਸਲਮਾਨ ਹੈ, ਲੇਕਿਨ ਅਗਰ ਸਾਹਿਬ ਈਮਾਨ ਆ ਉਹਨੂੰ ਨਫਾ ਜ਼ਿਆਦਾ ਮਿਲੇਗਾ। ਇਸੇ ਵਾਸਤੇ ਰਹਿਮਤੁਲ ਲਿਲ ਮੋਮਿਨੀਨ ਕਰਕੇ ਥੋੜੇ ਅੱਲਾ ਦਾ ਕਰਦਾ ਆਪਣਿਆਂ ਨੂੰ। ਅੱਲਾ ਨੇ ਜਿੱਦਾਂ ਅੱਲਾ ਰਹਿਮਾਨ ਆ ਸਾਰਿਆਂ ਵਾਸਤੇ, ਰਹੀਮ ਖਾਸਾਂ ਵਾਸਤੇ, ਆਪਣਿਆਂ ਵਾਸਤੇ। ਤੇ ਔਰ ਪਾਣੀ ਜਿਹੜਾ ਵੀ ਜਿਸ ਨੀਅਤ ਨਾਲ ਪੀਊਗਾ ਤੇ ਰੱਬ ਸੁਣਦਾ, ਹਦੀਸੇ ਕੁਦਸੀ ਆ। ਹਜ਼ੂਰ ਫਰਮਾਉਂਦੇ ਕਿ ਅੱਲਾ ਸੋਹਣਾ ਗੱਲ ਕਹਿੰਦਾ ਕਿ ਮੈਂ ਇਨਸਾਨ ਨਾਲ ਉਹਦੇ ਗੁਮਾਨ ਦੇ ਮੁਤਾਬਕ ਮਾਮਲਾ ਕਰਦਾ। ਜਿਸ ਤਰ੍ਹਾਂ ਕੋਈ ਜਿਸ ਨੀਅਤ ਨਾਲ ਆਵੇ ਜ਼ਮਜ਼ਮ ਨੂੰ ਪੀਂਦਾ ਹੈ ਕਿ ਮੈਨੂੰ ਮੇਰਾ ਕੈਂਸਰ ਆ ਤੇ ਮੇਰਾ ਕੈਂਸਰ ਸਹੀ ਹੋ ਜਾਊ, ਉਸ ਨੀਅਤ ਨਾਲ ਪੀਂਦਾ ਇਨਸ਼ਾਅੱਲਾ ਆਵੇ ਜ਼ਮਜ਼ਮ ਨਾਲ ਯਕੀਨ ਨਾ ਪੀਏ ਤੇ ਉਹਦਾ ਕੈਂਸਰ ਸਹੀ ਹੋ ਜਾਏਗਾ। ਇਹ ਕੁਰਾਨ ਪਾਕ ਦੇ ਪਾਣੀ ਕੋਲ ਰੱਖੋ, ਜਿਸ ਨੀਅਤ ਨਾਲ ਪੀਓ ਇਨਸ਼ਾਅੱਲਾ ਬਿਮਾਰੀ ਨੂੰ ਸ਼ਿਫਾ ਹੋ ਜਾਏਗਾ। ਸਾਡੇ ਕੋਲ ਏਡਾ ਬੜਾ ਖਜ਼ਾਨਾ ਹੈ, ਲੇਕਿਨ ਇਹ ਖਾਸ਼ਾਤ ਨਹੀਂ ਸਾਨੂੰ ਉਸ ਪਾਸ ਜਾਣ ਦਿੰਦੀਆਂ। ਅਸਲ ਜਿਹੜੀ ਰੁਕਾਵਟ ਉਸ ਨੂੰ ਅਰਜ਼ ਕਰ ਰਿਹਾ ਸੀ, ਇਹਦੇ ਇੱਕ ਤਾਲਿਬ ਇਲਮ ਅਗਰ ਖਾਸ਼ਾਤ ਨਫਸਾਨੀ ਤੇ ਕਾਬੂ ਪਾ ਲੈ, ਲਾ ਦੀ ਤਲਵਾਰ ਨਾਲ ਇਹਨੂੰ ਕਤਲ ਕਰ ਦੇਵੇ, ਨਫੀ ਕਰ ਦੇਵੇ ਆਪਣੇ, तो बेहतरीन अच्छा तालिब इल्म होएगा, बड़े अच्छे नंबर लेगा और बड़े अलूम हासिल करेगा, तरक्की करेगा, रिसर्चर बन जाएगा, मुहक्किक बन जाएगा, तो इलामा इकबाल वांगू फिर तख्लीकात भी करेगा, कायदे आज़म वांगू फिर बड़ा इंसान बन जाएगा। यही अगर एक इंसान मुलाजमत करने वाला बंदा है, मुलाजमत करता है, वो अगर ख्वाहिशात नूं कतल करता है, ख्वाहिशात अमल नहीं करता, तो इंशाअल्लाह अपनी मुलाजमत के अंदर वो बरकत पाएगा, नफा पाएगा और तरक्की पाएगा वो शख्स। हाँ जी, यह बेहतरीन मैनेजमेंट वो हो जाएगी अगर वो कुरान सुन्नत ते अमल करता है, अल्लाह के प्रोग्राम ते अमल करता है, किसी अल्लाह वाले को तौहीदी निस्बत की एप्लीकेशन हासिल कर लेंदा है, फिर ख्वाहिशात का कतल करता है, तो वो शख्स अपनी मुलाजमत च तरक्की करता चला जाएगा।